ਮਾਰੂ ਰਾਗ ਤੇ ਬੜਹੰਸ ਰਾਗ ਦੇ ਵਿੱਚ ਪਾਵਨ ਸ਼ਬਦਾਂ ਦਾ ਗਾਇਨ ਕੀਤਾ ਜਾ ਰਿਹਾ ਹੈ। ਕਹਿਣ ਲੱਗੇ ਖੜੇ ਹੋ ਕੇ ਪੌੜੀ ਨੂੰ ਗਾਉਂਦੇ ਹੈ। ਗੁਰੂ ਸਾਹਿਬ ਜੀ ਦੇ ਦੀਵਾਨ ਦੇ ਅੱਗੇ ਖੜੇ ਹੋ ਜਾਂਦੇ ਤੇ ਖੜੇ ਹੋ ਕੇ ਫਿਰ ਪੌੜੀ ਗਾਉਂਦੇ ਹਨ ਤੇ ਪੌੜੀ ਸਮਾਪਤ ਕਰਕੇ ਦੀਵਾਨ ਨੂੰ ਲੈ ਕੇ ਅੱਗੇ ਚੱਲ ਪੈਂਦੇ ਹੈ। ले धन को गमनपुर पंथ विमान के ऊपर को पुनडारी। ਕਹਿਣ ਲੱਗੇ ਵੀ ਬਹੁਤਾ ਧੰਨ ਸਿੱਖ ਸੰਗਤ ਸਤਿਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਰਹੀ ਹੈ। ਧੰਨ ਨੂੰ ਲੈ ਕੇ ਅੱਗੇ ਰਸਤੇ ਨੂੰ ਚੱਲ ਪੈਂਦੇ ਹੈ ਤੇ ਫਿਰ ਸਿੱਖ ਸੰਗਤ ਵਿਮਾਨ ਦੇ ਉੱਪਰ ਧੰਨ ਸਿੱਟ ਰਹੀ ਹੈ। कंचन फूल सोलाज पखेरै हेरत शोक करे नर नारी। ਕਹਿਣ ਲੱਗੇ ਵੀ ਸੋਨੇ ਦੇ ਫੁੱਲ ਤੇ ਫੁੱਲੀਆਂ ਬਹੁਤ ਸੁੰਦਰ ਫੁੱਲ ਸੋਨੇ ਦੇ ਬਣੇ ਹੋਏ ਜਿਹੜੇ ਤੇ ਹੋਰ ਸੁੰਦਰ ਫੁੱਲ ਜਿਹੜੇ ਆ ਬੂਟਿਆਂ ਆਦਿਕ ਦੇ ਇਹ ਵੀ ਸਿੱਖ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੀਸ ਦੇ ਉੱਪਰ ਦੀ ਵਾਰ ਰਹੀ ਹੈ, ਉੱਪਰ ਸਿੱਟ ਰਹੇ ਹਨ। केतक सेवक लै धन को गन कै बरखा बहु मुठन डारी। ਕਹਿਣ ਲੱਗੇ ਕਈ ਸੇਵਕ ਬਹੁਤ ਧਨ ਲੈ ਕੇ ਮੁੱਠਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਵਾਨ ਦੇ ਅੱਗੇ ਸਿੱਟ ਰਹੇ ਹੈ ਤੇ ਪਾਵਨ ਗੁਰਬਾਣੀ ਦੇ ਸ਼ਬਦ ਪੜ੍ਹ ਰਹੇ ਹਨ। ਮੰਦ ਹੀ ਮੰਦ ਅਨੰਦਪੁਰੇ ਕਹੋ ਆਵਤ ਸ਼ੋਕ ਬਿਲੰਦ ਉਪਾਏ। ਕਹਿੰਦੇ ਹੌਲੀ ਹੌਲੀ ਅਨੰਦਪੁਰ ਵੱਲ ਨੂੰ ਆ ਰਹੇ ਹੈ ਤੇ ਸਾਰਿਆਂ ਨੇ ਬਹੁਤ ਦੁੱਖ ਪਾਇਆ, ਸਾਰਿਆਂ ਦੇ ਮਨ ਦੇ ਵਿੱਚ ਬੜਾ ਸ਼ੋਕ ਹੈ। ਬ੍ਰਿਧ ਮਸੰਦਨ ਸੇਵਕ ਸਿੱਖ ਬਿਮਾਨ ਚਾਹੂ ਦਿਸ ਹੁਆ ਗਮਨਾਏ। ਕਹਿਣ ਲੱਗੇ ਬਹੁਤ ਜਿਹੜੇ ਮਸੰਦ ਹੈ ਸਿੱਖ ਸੇਵਕ ਹੈ ਉਹ ਬਿਮਾਨ ਦੇ ਚਾਰੇ ਪਾਸੇ ਹੋ ਕੇ ਚੱਲ ਰਹੇ ਹੈ ਤੇ ਚਾਰੇ ਪਾਸੇ ਹੋ ਕੇ ਗੁਰਬਾਣੀ ਦੇ ਸ਼ਬਦ ਪੜ੍ਹ ਰਹੇ ਹਨ। ਸੰਖਨ ਸ਼ੋਰਸ ਜ਼ੋਰ ਕਰੈ ਤਰ ਕੇਸਰ ਸਰਾਪ ਹੈ ਗਾਲ ਅਲਾਏ। ਕਹਿਣ ਲੱਗੇ ਜਦੋਂ ਉੱਚੀ ਜਿਹੜੇ ਰਣ ਸਿੰਘੇ ਵੱਜਦੇ ਆ, ਨਫੀਰੀਆਂ ਵੱਜ ਰਹੀਆਂ ਹਨ, ਬਹੁਤ ਉੱਚੀ ਸ਼ੋਰ ਉੱਠ ਰਿਹਾ ਹੈ, ਸੰਗਤ ਉੱਚੀ ਸ਼ਬਦਾਂ ਦਾ ਗਾਇਨ ਕਰ ਰਹੀ ਹੈ ਤੇ ਨਾਲ ਜਿਹੜੇ ਦੁਖੀ ਹਿਰਦੇ ਸਿੱਖ ਸੰਗਤ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਪਾਵਨ ਸੀਸ ਦੀਵਾਨ ਦੇ ਵਿੱਚ ਸੁਸ਼ੋਭਿਤ ਹੈ ਤੇ ਸਤਿਗੁਰੂ ਜੀ ਦੇ ਦੀਵਾਨ ਦੇ ਨਾਲ ਜਾਂਦੇ ਮਨ ਹੀ ਮਨ ਰੰਗ ਜੇਬ ਨੂੰ ਤੁਰਕ ਨੂੰ ਸਾਰੇ ਬਹੁਤ ਸ਼ਰਾਬ ਦੇ ਰਹੇ ਭਾਵ ਮਨ ਹੀ ਮਨ ਬਹੁਤ ਸ਼ੋਕ ਦੇ ਬੋਲ ਫਿੱਕੇ ਬੋਲ ਰਹੇ ਹਨ। ਸਾਗਰ ਖਾਰ ਪਰੀ ਜਰ ਜਾਏ ਕਪੂਤ ਭਇਓ ਕੁਲ ਰਾਜ ਮਿਸਾਏ। ਕਹਿਣ ਲੱਗੇ ਸਾਰੇ ਕਹਿੰਦੇ ਆ ਵੀ ਇਸ ਤੁਰਕ ਦੀ ਇਸ ਔਰੰਗਜ਼ੇਬ ਦੀ ਜਿਹੜੀ ਜੜ ਹੈ ਉਹ ਖਾਰੇ ਸਾਗਰ ਦੇ ਵਿੱਚ ਜਾ ਪਈ ਹੈ ਤੇ ਇਹ ਜੜ ਸੜ ਜਾਏਗੀ। ਹੁਣ ਦੁਬਾਰਾ ਇਹ ਜੜ ਹਰੀ ਨਹੀਂ ਹੋਵੇਗੀ। ਇਹ ਐਸਾ ਵੱਡਾ ਕਪੂਤ ਜੰਮਿਆ ਕਿ ਜਿਸ ਦੀ ਕੁੱਲ ਦਾ ਰਾਜ ਨਹੀਂ ਰਹੇਗਾ। ਭਾਵ ਜਦੋਂ ਖਾਰਾ ਸਾਗਰ ਦਾ ਮਤਲਬ ਹੈ ਕਿ ਜਿਸ ਜੜ ਦੇ ਵਿੱਚ ਲੂਣ ਪੈ ਜਾਵੇ ਉਹ ਲੂਣ ਦੇ ਨਾਲ ਜੜ ਸੜ ਜਾਂਦੀ ਹੈ, ਉਹ ਦੁਬਾਰਾ ਹਰੀ ਨਹੀਂ ਹੁੰਦੀ। ਇਸ ਕਰਕੇ ਸਿੱਖ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦੇ ਨਾਲ ਜਾ ਰਹੇ ਹੈ ਤੇ ਜਾਂਦੇ ਹੋਏ ਇਹ ਕਹਿ ਰਹੇ ਹੈ ਇਸ ਤੁਰਕ ਦੀ ਔਰੰਗਜ਼ੇਬ ਦੇ ਰਾਜ ਦੀ ਜੜ ਖਾਰੇ ਸਾਗਰ ਵਿੱਚ ਪੈ ਗਈ ਹੈ, ਇਹ ਦੁਬਾਰੀ ਹਰੇ ਨਹੀਂ ਹੋਵੇਗੀ। ਇਹ ਐਸਾ ਕਪੂਤ ਜੰਮਿਆ ਹੈ ਔਰੰਗਜ਼ੇਬ, ਇਹਨੇ ਆਪਣੀ ਕੁੱਲ ਦਾ ਨਾਸ਼ ਕਰ ਲਿਆ, ਆਪਣੀ ਕੁੱਲ ਦਾ ਰਾਜ ਵੀ ਇਹਨੇ ਖਤਮ ਕਰ ਲਿਆ ਹੈ। ਆਏ ਸਨੀਪ ਅਨੰਦਪੁਰੇ ਜਬ ਬਾਲਕ ਬ੍ਰਿਧ ਸੁਨਿਓ ਨਰ ਨਾਰੀ। ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਜਿਤਨੇ ਵੀ ਇਸਤਰੀ ਪੁਰਖ ਹੈ, ਜਿਤਨੇ ਵੀ ਬਾਲਕ ਹੈ, ਬਿਰਧ ਹੈ, ਬਜ਼ੁਰਗ ਹੈ, ਸਭ ਨੇ ਸੁਣਿਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਆ ਗਏ ਹਨ। ਸ੍ਰੀ ਗੁਜਰੀ ਤਜ ਮੰਦਿਰ ਕੋ ਨਿਕਸੀਪੁਰ ਤੇ ਮਿਲ ਬੇ ਅਗਵਾਰੀ। ਕਹਿਣ ਲੱਗੇ ਜਿਸ ਵੇਲੇ ਇਹ ਪਤਾ ਲੱਗਿਆ ਕਿ ਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਸੀਸ ਆ ਗਿਆ ਤਾਂ ਸਾਰੇ ਅਨੰਦਪੁਰ ਸਾਹਿਬ ਦੇ ਬਾਲਕ ਬਿਰਧ ਜਵਾਨ ਇਸਤਰੀਆਂ ਪੁਰਖ ਸਾਰੇ ਇਕੱਠੇ ਹੋ ਕੇ ਆ ਗਏ ਤੇ ਉਧਰ ਮਾਤਾ ਗੁਜਰ ਕੌਰ ਜੀ ਨੂੰ ਵੀ ਜਦੋਂ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਆ ਗਿਆ ਹੈ, ਉਹ ਆਪਣੇ ਘਰ ਤੋਂ ਬਾਹਰ ਨਿਕਲ ਕੇ ਆਏ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਨੂੰ ਲੈਣ ਵਾਸਤੇ। ਨਾਨਕੀ ਮਾਤ
ਟਕਾਏ ਰਖੀ ਬਲਹੀਨ ਬ੍ਰਿਧਾ ਲੈ ਸੰਕਟ ਭਾਰੀ। ਮਾਤਾ ਨਾਨਕੀ ਜੀ ਨੂੰ ਘਰ ਦੇ ਵਿੱਚ ਟਿਕਾ ਕੇ ਰੱਖਿਆ। ਮਾਤਾ ਨਾਨਕੀ ਜੀ ਨੂੰ ਘਰ ਦੇ ਵਿੱਚ ਹੀ ਬਿਠਾਇਆ ਹੋਇਆ ਹੈ, ਕਿਉਂਕਿ ਬਿਰਧ ਹੈ, ਸਰੀਰ ਕਮਜ਼ੋਰ ਹੈ ਤੇ ਬਹੁਤ ਦੁੱਖ ਹੈ ਮਨ ਦੇ ਵਿੱਚ ਕਿ ਜੇ ਉਹਨਾਂ ਨੂੰ ਨਾਲ ਲੈ ਆਂਦਾ ਤੇ ਬਹੁਤਾ ਦੁੱਖ ਪਾਉਣਗੇ। ਐਸਾ ਸੋਚ ਕੇ ਮਾਤਾ ਨਾਨਕੀ ਜੀ ਨੂੰ ਘਰ ਦੇ ਵਿੱਚ ਟਿਕਾ ਕੇ ਰੱਖਿਆ ਹੈ। ਔਰ ਸਭ ਹੈ ਨਿਕਸੇ ਉਤੇ ਲਾਵਤ ਪਾਹ ਹਕਾਰ ਅਜੋਗ ਵਿਚਾਰੀ। ਕਰਨ ਲੱਗੇ ਹੋਰ ਸਾਰੇ ਨਗਰ ਨਿਵਾਸੀ ਬਹੁਤ ਉਤਾਵਲੇ ਹੋ ਕੇ ਆਪੋ ਆਪਣੇ ਘਰਾਂ ਤੋਂ ਬਾਹਰ ਨਿਕਲੇ ਤੇ ਸਾਰਿਆਂ ਦੇ ਮਨ ਦੇ ਵਿੱਚ ਹੈ ਕਿ ਐਸੀ ਭਿਆਨਕ ਅਜੋਗ ਘਟਨਾ ਇਹ ਵਾਪਰ ਗਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੱਲਾ ਸੀਸ ਹੀ ਸ੍ਰੀ ਅਨੰਦਪੁਰ ਸਾਹਿਬ ਆਇਆ। ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਸੰਸਕਾਰ ਕਰ ਦਿੱਤਾ। ਕੈਸਾ ਸਮਾਂ ਹੋਵੇਗਾ ਸੰਗਤ ਜੀ, ਜਦੋਂ ਗੁਰੂ ਮਹਾਰਾਜ ਸਾਹਿਬ ਜੀ ਦਾ ਕੱਲਾ ਪਾਵਨ ਸੀਸ ਸ੍ਰੀ ਅਨੰਦਪੁਰ ਸਾਹਿਬ ਆਇਆ ਹੋਵੇਗਾ। ਕੈਸੀ ਇਹ ਉਸ ਵੇਲੇ ਦਾ ਸਮਾਂ ਹੋਵੇਗਾ ਜੋ ਵਰਤ ਰਿਹਾ ਹੋਵੇਗਾ। ਦੇਖ ਵਿਮਾਨ ਮਹਾਨ ਪ੍ਰਭਾ ਪਤ ਕੇ ਸਿਮਰੰਤ ਰਿਦ ਗੁਣ ਭਾਰੀ। ਕਹਿੰਦੇ ਵਿਮਾਨ ਦੀ ਮਹਾਨ ਸ਼ੋਭਾ ਵੇਖ ਕੇ ਮਾਤਾ ਗੁਜਰ ਕੌਰ ਜੀ ਨੇ ਆਪਣੇ ਪਤੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਯਾਦ ਕਰ ਰਹੇ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਗੁਣਾਂ ਨੂੰ ਗਾ ਰਹੇ ਹਨ। ਰਾਵਣ ਨੰਦਨ ਬੈਸ ਬਿਲੰਦ ਨਾ ਮਾਤ ਪਿਤਾ ਬਹੁ ਸੰਕਟ ਧਾਰੀ। ਕਹਿਣ ਲੱਗੇ ਵੀ ਮਾਤਾ ਨਾਨਕੀ ਜੀ ਦੀ ਉਮਰ ਜਿਹੜੀ ਬਜ਼ੁਰਗ ਹੈ, ਸਰੀਰ ਕਮਜ਼ੋਰ ਹੈ ਅਤੇ ਮਾਤਾ ਨਾਨਕੀ ਜੀ ਬਹੁਤ ਅਫਸੋਸ ਦੇ ਵਿੱਚ ਉਹਨਾਂ ਦਾ ਹਿਰਦਾ ਗਿਆ ਹੈ ਤੇ ਮਾਤਾ ਗੁਜਰ ਕੌਰ ਜੀ ਯਾਦ ਕਰਦੇ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਕਹਿ ਰਹੇ ਆ, ਰਾਵਣ ਨੰਦਨ ਬੈਸ ਬਲੰਦ ਨਾ, ਕਿ ਆਪ ਜੀ ਦੇ ਪੁੱਤਰ ਦੀ ਉਮਰ ਹਜੇ ਬਹੁਤੀ ਵੱਡੀ ਨਹੀਂ ਹੋਈ ਹੈ। ਗੁਰੂ ਮਹਾਰਾਜ ਸਾਹਿਬ ਜੀ ਦੀ ਉਮਰ ਕੇਵਲ ਲਗਭਗ ਉਸ ਵੇਲੇ 9 ਸਾਲ ਦੀ ਸੀ। ਮਾਤ ਬ੍ਰਿਧਾ ਬਹੁਤ ਸੰਕਟ ਧਾਰੀ ਅਤੇ ਬ੍ਰਿਧ ਮਾਤਾ ਨਾਨਕੀ ਜੀ ਨੇ ਬਹੁਤ ਸੰਕਟ ਬਹੁਤ ਦੁੱਖ ਧਾਰਿਆ ਹੋਇਆ। ਉਹਨਾਂ ਦੇ ਮਨ ਵਿੱਚ ਤੁਹਾਡੀ ਸ਼ਹਾਦਤ ਦਾ ਬਹੁਤ ਦੁੱਖ ਹੈ। ਬੰਦਤ ਹੱਥਨ ਬੰਦਨ ਕੋ ਕਰ ਸੀਸ ਨਿਵਾਵਤ ਅੰਸਨ ਧਾਰੀ। ਕਬੀਰਦਾਸ ਜੀ ਕਹਿੰਦੇ ਮਾਤਾ ਗੁਜਰ ਕੌਰ ਜੀ ਨੇ ਦੋਵੇਂ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਨੂੰ ਬੰਦਨਾ ਕੀਤੀ ਹੈ ਅਤੇ ਅੱਖਾਂ ਵਿੱਚੋਂ ਜਲ ਵਹਾ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਸੀਸ ਨਵਾਇਆ ਹੈ। ਲਿਆਵਤ ਭੇ ਇਸ ਥਾਨ ਤਵੈ ਜਹ ਚੰਦਨ ਭਾਰ ਟਿਕਾਏ ਅਗਾਰੀ। ਫਿਰ ਬਿਮਾਰ ਨੂੰ ਉਸ ਥਾਂ ਤੇ ਲੈ ਆਏ ਜਿੱਥੇ ਬਹੁਤ ਲੱਕੜਾਂ ਰੱਖੀਆਂ ਹੋਈਆਂ। ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦਾ ਸੰਸਕਾਰ ਕਰਨ ਵਾਸਤੇ ਸਾਰੀ ਸਿੱਖ ਸੰਗਤ ਵੀ ਇਕੱਠੀ ਹੋਈ ਹੈ। ਆਨ ਮਿਲੀ ਤਹ ਨਾਨਕੀ ਬਾਤ ਪੁਕਾਰਤ ਉੱਚੋ ਨਾਮ ਉਚਾਰੀ। ਕਰ ਲੱਗੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦਾ ਸੰਸਕਾਰ ਕਰਨਾ ਹੈ, ਮਾਤਾ ਨਾਨਕੀ ਜੀ ਵੀ ਆ ਕੇ ਉੱਥੇ ਮਿਲੇ ਹਨ। ਮਾਤਾ ਨਾਨਕੀ ਜੀ ਵੀ ਉੱਥੇ ਆ ਗਏ। ਸਰੀਰ ਦਰਦ ਹੈ, ਸਰੀਰ ਬੇਅੰਤ ਕਮਜ਼ੋਰ ਹੈ। ਕਈ ਦਿਨਾਂ ਤੋਂ ਬੈਰਾਗ ਕਰ ਕਰਕੇ ਸਰੀਰ ਹੋਰ ਵੀ ਕਮਜ਼ੋਰ ਹੋ ਗਿਆ। ਮਾਤਾ ਨਾਨਕੀ ਜੀ ਉਸ ਥਾਂ ਤੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦਾ ਸੰਸਕਾਰ ਕਰਨਾ ਉੱਥੇ ਆ ਮਿਲੇ ਤੇ ਬਹੁਤ ਉੱਚੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਨਾਮ ਲੈ ਲੈ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਪੁਕਾਰ ਕਰਦੇ ਹਨ। ਮੋਸਤ ਸ਼ਾਂਤ ਸਰੂਪ ਅਨੂਪ ਸ਼੍ਰੀ ਮੁਖ ਦੇਖ ਲਵੋ ਇਸ ਬਾਰੀ। ਮਾਤਾ ਨਾਨਕੀ ਜੀ ਬੈਰਾਗ ਦੇ ਵਿੱਚ ਆ ਕੇ ਐਸੇ ਬੋਲ ਕਹਿ ਰਹੇ ਹੈ ਕਿ ਮੈਂ ਆਪਣਾ ਪੁੱਤਰ, ਮੇਰੇ ਪੁੱਤਰ ਜੋ ਅਨੁਪਮ ਸ਼ਾਂਤੀ ਦਾ ਸਰੂਪ ਸੀ, ਮੈਂ ਉਹਨਾਂ ਦਾ ਮੁਖੜਾ ਦੇਖ ਲਵਾਂ, ਮੈਂ ਉਹਨਾਂ ਦੇ ਮੁਖ ਦੇ ਦਰਸ਼ਨ ਕਰ ਲਵਾਂ। ਮੈਂ ਮਰਹੁ ਧਰ ਸ਼ੋਕ ਅਬੈ ਕਿਮ ਜੀਵਨ ਹੋਇ ਇਸ ਰੀਤ ਦੁਖਾਰੀ। ਕਰਨ ਲੱਗੇ ਕਿ ਮੇਰਾ ਹੁਣ ਜਿਉਣ ਦਾ ਕੀ ਹੱਜ ਹੈ, ਮੇਰਾ ਹੁਣ ਕਾਹਦਾ ਜਿਉਣਾ ਹੈ। ਮੈਂ ਐਸਾ ਦੁੱਖ ਧਾਰਨ ਕਰਕੇ ਮਰ ਜਾਵਾਂਗੀ। ਮੈਂ ਹੁਣ ਦੁਖੀ ਰਹਿ ਕੇ ਜਿਉਣਾ ਨਹੀਂ ਚਾਹੁੰਦੀ ਹਾਂ। ਇਹ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਕੇ ਮਾਤਾ ਨਾਨਕੀ ਕਹਿ ਰਿਹਾ, ਪੁੱਤਰ ਤੁਹਾਡੇ ਦੁੱਖ ਦੇ ਵਿੱਚ ਹੁਣ ਮੇਰਾ ਜਿਉਣਾ ਕਾਹਦਾ ਹੈ। ਮੈਂ ਵੀ ਤੁਹਾਡੇ ਦੁੱਖ ਦੇ ਨਾਲ ਇਸ ਸੰਸਾਰ ਨੂੰ ਛੱਡ ਦੇਵਾਂਗੀ। ਲਓ ਬਿਨ ਲਾਪ ਸੁਨਿਓ ਜਬ ਹੀ ਗੁਰ ਆਇਸ ਪਾਏ ਬਿਮਾਨ
ਮਾਤਾ ਨਾਨਕੀ ਜੀ ਜਿਸ ਵੇਲੇ ਬੇਮਾਨ ਦੇ ਸਾਹਮਣੇ ਖੜ ਕੇ ਇਸ ਤਰ੍ਹਾਂ ਵਿਰਲਾਪ ਕਰ ਰਹੇ ਆ, ਬੈਰਾਗ ਕਰ ਰਹੇ ਆ, ਤਾਂ ਐਸਾ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਪਾ ਕੇ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਸੀਸ ਦਾ ਸੰਸਕਾਰ ਕਰਨਾ ਹੈ, ਉਸ ਥਾਂ ਤੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਸੀਸ ਨੂੰ ਬੇਮਾਨ ਸਮੇਤ ਥੱਲੇ ਲਿਆ ਕੇ ਰੱਖਿਆ, ਉਤਾਰਿਆ ਹੈ। ਤਾਰ ਸਭੈ ਪਟ ਸ੍ਰੀ ਗੁਰ ਕੋ ਮੁਖ ਦੇਖਤ ਤੇ ਗੁਜਰੀ ਸੁਤ ਸਾਥਾ। ਕਹਿਣ ਲੱਗੇ ਸੀਸ ਬੜੇ ਸੁੰਦਰ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਬਾਬਾ ਜੱਤਾ ਜੀ ਨੇ, ਭਾਈ ਜੀਵਨ ਸਿੰਘ ਜੀ ਨੇ, ਤੇ ਉਸ ਵੇਲੇ ਮਾਤਾ ਗੁਜਰ ਕੌਰ ਜੀ ਨੇ ਤਾਰ ਸਭੈ ਪਟ ਸ੍ਰੀ ਗੁਰ ਕੋ, ਗੁਰੂ ਮਹਾਰਾਜ ਸਾਹਿਬ ਜੀ ਦੇ ਸੀਸ ਦੇ ਉੱਪਰ ਜਿਹੜੇ ਕੱਪੜੇ ਲਪੇਟੇ ਹੋਏ ਆ, ਵਸਤਰ ਲਪੇਟੇ ਆ, ਉਹ ਸਾਰੇ ਵਸਤਰ ਹਟਾ ਕੇ ਕਹਿਣ ਲੱਗੇ ਮੁਖ ਦੇਖਤ ਭੇ ਗੁਜਰੀ ਸੁਤ ਸਾਥਾ। ਆਪਣੇ ਪੁੱਤਰ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਮੇਤ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦੇ ਦਰਸ਼ਨ ਕੀਤੇ ਹਨ। ਨਾਨਕੀ ਮਾਤ ਬਲੋਕਤ ਹੈ ਬਹੁ ਰੋਦਤ ਆਪ ਲਗਾਵਤ ਹੱਥਾ। ਮਾਤਾ ਨਾਨਕੀ ਜੀ ਨੇ ਵੀ ਆਪਣੇ ਪੁੱਤਰ ਦੇ ਮੁਖ ਨੂੰ ਵੇਖਿਆ ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਮੁਖ ਨੂੰ ਆਪਣੇ ਹੱਥ ਲਾ ਕੇ ਮਾਤਾ ਨਾਨਕੀ ਜੀ ਬੈਰਾਗ ਕਰ ਰਹੇ ਹਨ। ਜਨੋ ਦੁੱਤ ਜੀਵਤ ਜੀਵਤ ਹੈ ਤਿਵ ਹੀ ਸ਼ੁਭ ਸ਼ੋਭਤ ਆਨੰਦ ਮਾਥਾ। ਕਹਿਣ ਲੱਗੇ ਜਿਵੇਂ ਪੁੱਤਰ ਜਾਗਦਾ ਜਿਉਂਦਾ ਹੋਵੇ, ਭਾਵ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਸਸੀ ਸਰੀਰ ਕਰਕੇ ਸ਼ੋਭਦੇ ਸਨ, ਐਸਾ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਮੁਖ ਦਾ ਖੇੜਾ ਹੈ। ਉਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਮੁਖ ਦੀ, ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਮੁਖ ਦੇ ਮੱਥੇ ਦੀ ਸ਼ੋਭਾ ਹੋ ਰਹੀ ਹੈ। ਮੁੰਦਤ ਲੋਚਨ ਦੋਨੋਂ ਯਾ ਬਿਦ ਜੋ ਸੁਖ ਚੇਤ ਦਲ ਕੰਜ ਅਪਾਥਾ। ਕਹਿਣ ਲੱਗੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਮੁਖ ਦੇ ਨੇਤਰ ਇਸ ਤਰ੍ਹਾਂ ਮੁੰਦੇ ਹੋਏ ਆ ਜਿਵੇਂ ਕਮਲ ਦਾ ਫੁੱਲ ਜਿਹੜਾ ਉਹ ਆਪਣੀਆਂ ਪੱਤੀਆਂ ਮੂੰਦ ਲਵੇ, ਤੇ ਉਹਦੇ ਕਮਲ ਦੇ ਫੁੱਲ ਦੀਆਂ ਜਿਹੜੀਆਂ ਪੱਤੀਆਂ ਬਗੈਰ ਪਾਣੀ ਤੋਂ ਜਿਵੇਂ ਸੁੰਗੜ ਜਾਂਦੀਆਂ, ਮੂੰਦੇ ਜਾਂਦੇ ਆ ਪੱਤੇ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਮੁਖ ਕਮਲ ਦੇ ਫੁੱਲ ਵਾਂਗੂ ਸੋਭ ਰਿਹਾ ਹੈ। ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਨੇਤਰ ਜਿਹੜੇ ਆ ਕਮਲ ਦੇ ਫੁੱਲ ਦੀਆਂ ਪੱਤੀਆਂ ਵਾਂਗੂ ਮੁੰਡੇ ਹੋਏ ਆ। ਮੇਜਕ ਸੇਤ ਸੁਕੇਸ ਮਿਲੇ ਸ਼ਮ ਸ਼ਰਾਨਨ ਕੇ ਸੁਭ ਸ਼ੋਭਤ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦੇ ਉੱਪਰ, ਮੁਖ ਦੇ ਉੱਪਰ ਜਿਹੜੇ ਦਾੜੇ ਅਤੇ ਸੀਸ ਦੇ ਕੇਸ ਕਾਲੇ ਤੇ ਚਿੱਟੇ ਬੜੇ ਸ਼ੋਭਾ ਪਾ ਰਹੇ ਹਨ। ਬ੍ਰਿੰਦ ਮਸੰਦ ਬੜੇ ਸਿੱਖ ਸੇਵਕ ਹੇਤ ਲੋਕਨ ਲੋਭਤ ਹੈ। ਜਿਤਨੇ ਵੀ ਮਸੰਦ ਹੈ ਪ੍ਰਚਾਰਕ ਹੈ ਗੁਰੂ ਘਰ ਦੇ, ਅਤੇ ਜਿਤਨੇ ਵੀ ਵੱਡੇ ਸਿੱਖ ਸੇਵਕ ਹੈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੀਸ ਦੇ ਦਰਸ਼ਨ ਕਰਨ ਵਾਸਤੇ ਲਲਚਾਏ ਹੋਏ, ਸਭ ਨੂੰ ਬੜੀ ਲਾਲਸਾ ਹੈ, ਚਾਹਤ ਹੈ ਕਿ ਛੇਤੀ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦੇ ਦਰਸ਼ਨ ਕਰੀਏ। ਭੀਰ ਭਈ ਸਭ ਬੰਦਤ ਹੈ ਬੜ ਪ੍ਰੇਮ ਧਰੇ ਉਹ ਸ਼ੋਭਤ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦੇ ਦਰਸ਼ਨ ਕਰਨ ਵਾਸਤੇ ਬਹੁਤ ਵੱਡੀ ਭੀੜ ਇਕੱਠੀ ਹੋ ਗਈ ਹੈ। ਸਾਰੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਨੂੰ ਨਮਸਕਾਰ ਕਰਦੇ ਆ। ਸਾਰਿਆਂ ਦੇ ਅੰਦਰ ਵੱਡਾ ਪ੍ਰੇਮ ਹੈ, ਸਾਰੇ ਵੱਡਾ ਪ੍ਰੇਮ ਧਾਰ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਆ, ਤੇ ਸਭ ਦੇ ਹਿਰਦੇ ਬਹੁਤ ਘਬਰਾਏ ਹੋਏ ਹਨ। ਛਾਤਨ ਕੀਨ ਚਖਾ ਰਚ ਕੇ ਦੁਖ ਸ਼ੋਕ ਜਯੋ ਸੰਕਟ ਚੋਬਤ ਹੈ। ਕਹਿਣ ਲੱਗੇ ਚਿਖਾ ਬਣਾ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਿਹਰੇ ਨੂੰ ਢੱਕ ਦਿੱਤਾ ਹੈ। ਦੁੱਖ ਅਤੇ ਬੜਾ ਸ਼ੋਕ ਹੈ ਸਭ ਦੇ ਹਿਰਦੇ ਦੇ ਵਿੱਚ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਸੋਭ ਰਹੇ ਹੈ ਜਿਵੇਂ ਕਮਲ ਦਾ ਫੁੱਲ ਸੋਭ ਰਿਹਾ ਹੈ। ਇਹੋ ਜਿਹੀ ਸ਼ੋਭਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸੁੰਦਰ ਮੁਖ ਦੀ ਹੈ। ਚੰਦਨ ਕੀ ਚਿਖ ਪੈ ਧਰ ਦੀਨ ਭੈ ਮਨ ਦੀਨ ਸਬੈਤ ਸਕਾਲਾ। ਫਿਰ ਚੰਦਨ ਨੂੰ, ਸੀਸ ਨੂੰ ਚੰਦਨ ਦੀ ਚਿਖਾ ਦੇ ਉੱਤੇ ਰੱਖ ਦਿੱਤਾ। ਭਏ ਮਨ ਦੀਨ ਸਭੈ ਤਿਸ ਕਾਲਾ। ਕਹਿਣ ਲੱਗੇ ਉਸ ਸਮੇਂ ਸਾਰਿਆਂ ਦੇ ਮਨ ਬਹੁਤ ਦੀਨ ਹੋ ਗਏ, ਸਾਰਿਆਂ ਦੇ ਮਨ ਬੜੇ ਬੈਰਾਗ ਵਿੱਚ ਆ ਗਏ ਹਨ। ਸ੍ਰੀ ਗੁਰ ਕੇ ਕਰ ਦੇ ਕਰ ਦਾਸਨ ਕੀਨ ਪ੍ਰਕਾਸ਼ ਚਹੋ ਦਿਸ਼ ਜਵਾਲਾ।
ਜਿਤਨੇ ਵੀ ਸਿੱਖ ਸੇਵਕ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਨ ਵਾਸਤੇ ਆਏ ਹੈ, ਸਾਰਿਆਂ ਨੇ ਅਗਨੀ ਜਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਹੱਥ ਦੇ ਦਿੱਤੀ ਹੈ। ਗੁਰੂ ਪਾਤਸ਼ਾਹ ਜੀ ਨੇ ਚਿਖਾ ਨੂੰ ਅੱਗ ਦਿੱਤੀ ਹੈ। ਗੁਰੂ ਪਾਤਸ਼ਾਹ ਜੀ ਦੇ ਪਾਵਨ ਸੀਸ ਨੂੰ ਜਿਹੜਾ ਸੰਸਕਾਰ ਵਾਸਤੇ ਚਿਖਾ ਤੇ ਰੱਖਿਆ ਸੀ, ਉਹਨੂੰ ਅੱਗ ਦਿੱਤੀ ਹੈ ਤੇ ਚਿਖਾ ਜਲਾ ਦਿੱਤੀ ਹੈ। ਹਾਂਜੀ। ਫਿਰ ਪ੍ਰਦਰਸ਼ਨ ਕੋ ਕਰ ਕੇ ਅਬ ਬੰਦਨ ਹੋਏ ਧਰ ਪ੍ਰੇਮ ਵਿਸਾਲਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫੇਰ ਚਿਖਾ ਦੀਆਂ ਪਰਿਕਰਮਾ ਕੀਤੀਆਂ ਅਤੇ ਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਚਿਖਾ ਨੂੰ ਨਮਸਕਾਰ ਕੀਤੀ ਹੈ। ਕੀਨ ਕਿਰਿਆ ਸਗਰੀ ਕਲ ਗੀਤਰ ਨੀਰ ਇਸ਼ਨਾਨ ਕਰਿਓ ਨਰ ਜਾਲਾ। ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦੇ ਸੰਸਕਾਰ ਦੀ ਸਾਰੀ ਕਿਰਿਆ ਸਮਾਪਤ ਕੀਤੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਹੈ। ਤੀਰ ਸਤਰਵ ਬੈਠ ਗਏ ਸਭ ਗਾਏ ਗਿਰਾ ਗੁਰ ਕੀ ਸੁਖਦਾਈ। ਕਵੀਰਾਜ ਜੀ ਲਿਖਦੇ ਆ, ਸਤਲੁਜ ਦਰਿਆ ਦੇ ਕੰਢੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੈਠ ਗਏ ਹਨ। ਸਾਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੁਖਦਾਈ ਸੁਖ ਦੇਣ ਵਾਲੀ ਪਾਵਨ ਗੁਰਬਾਣੀ ਗਾ ਰਹੇ ਹੈ। ਗੁਰੂ ਪਾਤਸ਼ਾਹ ਜੀ ਦੀ ਕੀਰਤੀ ਕਰ ਰਹੇ ਹਨ। ਏਕ ਮਨੇ ਹੋਇ ਸ਼ਰੋਨ ਸੁਨੈ ਇਕ ਧਿਆਨ ਧਰੈ ਗੁਰ ਮੂਰਤ ਭਾਈ। ਕਹਿਣ ਲੱਗੇ ਕਈ ਗੁਰਸਿੱਖ ਇੱਕ ਮਨ ਹੋ ਕੇ ਕੰਨਾਂ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨੂੰ ਸੁਣ ਰਹੇ ਹੈ। ਰਾਗੀ ਸਿੰਘ ਗੁਰੂ ਪਾਤਸ਼ਾਹ ਦੀ ਪਾਵਨ ਗੁਰਬਾਣੀ ਨੂੰ ਗਾ ਰਹੇ ਹਨ ਤੇ ਕਈ ਮਨ ਨੂੰ ਭਾਉਣ ਵਾਲੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਦੀ ਮੂਰਤੀ ਨੂੰ ਹਿਰਦੇ ਵਿੱਚ ਧਾਰਨ ਕਰਦੇ ਹਨ। ਦੀਨ ਤਲਾਂਜੁਲ ਸ਼੍ਰੀਪਤ ਕੇ ਹਿਤ ਜਯੋ ਸਭ ਰੀਤ ਚਲੀ ਜਗ ਆਈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਗੁਰਸਿੱਖਾਂ ਵਿੱਚ ਬੈਠ ਕੇ ਸਾਰੀ ਸਿੱਖ ਸੰਗਤ ਨੇ ਇਕੱਤਰ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦੇ ਸੰਸਕਾਰ ਤੋਂ ਬਾਅਦ ਸਤਲੁਜ ਦਰਿਆ ਦੇ ਕਿਨਾਰੇ ਤੇ ਬੈਠ ਕੇ ਪਾਵਨ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ। ਪਾਵਨ ਗੁਰਬਾਣੀ ਨੂੰ ਗਾਇਆ ਹੈ। ਚੀਰ ਸਨੀਰ ਉਤਾਰ ਸਰੀਰ ਧਰੇ ਮਨ ਔਰ ਥਰੇ ਬਦ ਵਿੱਚ ਆਈ। ਮੈਂ ਕਹਿਣ ਲੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਪਾਵਨ ਵਸਤਰ ਧਾਰਨ ਕੀਤੇ ਸਨ ਉਹ ਉਤਾਰ ਦਿੱਤੇ ਹੈ ਤੇ ਨਵੇਂ ਵਸਤਰ ਸਤਿਗੁਰੂ ਸਾਹਿਬ ਜੀ ਨੇ ਪਾ ਲਏ ਹਨ। ਦੋਹਰਾ ਸੁਨ ਕੇ ਗਾਵਤ ਸ਼ਬਦ ਕੋ ਹੁਣ ਪੌੜੀ ਤਹਿਲਾਏ। ਕਹਿਣ ਲੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਦੀਵਾਨ ਸਜਾ ਕੇ ਬੈਠੇ ਹੈ ਤੇ ਕੀਰਤਨੀ ਸਿੰਘ ਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਕਰ ਰਹੇ ਹੈ। ਸੁਣ ਕੇ ਸ਼ਬਦ ਨੂੰ ਗਾਉਂਦੇ ਆ, ਫਿਰ ਪੌੜੀਆਂ ਪੜ੍ਹਨ ਲੱਗ ਜਾਂਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਬਾਰੀ-ਬਾਰੀ ਸ਼ਬਦ ਗਾਇਨ ਕਰਦੇ ਹਨ। ਭੋਗ ਪਾਏ ਅਰਦਾਸ ਕਰ ਸਭ ਹੂੰ ਸੀਸ ਨਿਵਾਏ। ਜਦੋਂ ਪਾਵਨ ਗੁਰਬਾਣੀ ਪੜ੍ਹਦੇ ਹੋਏ ਕੀਰਤਨ ਕਰਦੇ ਹੋਏ ਭੋਗ ਪਾਇਆ, ਭੋਗ ਪਾ ਕੇ ਅਰਦਾਸ ਕੀਤੀ ਗਈ ਹੈ ਤੇ ਸਾਰਿਆਂ ਨੇ ਸੀਸ ਨਿਵਾਇਆ, ਨਮਸਕਾਰ ਕੀਤੀ ਹੈ। ਸਵਈਆ ਆਏ ਜਹਾਵਲ ਬ੍ਰਿਤ ਗਇਓ ਪਰਤਾਈ ਦਇਓ ਸਭ ਸੰਗਤ ਮਾਹੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆ ਕੇ ਸਾਰੀ ਸਿੱਖ ਸੰਗਤ ਵਾਸਤੇ ਬਹੁਤ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਤੇ ਸਾਰੀ ਸੰਗਤ ਵਿੱਚ ਵਰਤਾ ਦਿੱਤਾ ਹੈ। ਸ਼੍ਰੀ ਕਲਗੀਧਰ ਕੋ ਕਰ ਅਗਰ ਮੰਦ ਹੈ ਮੰਦ ਚਲੇ ਕਰ ਜਾਹੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਸਾਰੀ ਸਿੱਖ ਸੰਗਤ ਨੇ ਅੱਗੇ ਕਰ ਦਿੱਤਾ ਹੈ। ਆਪ ਸਾਰੀ ਸਿੱਖ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਹੌਲੀ ਹੌਲੀ ਪਿੱਛੇ ਪਿੱਛੇ ਚੱਲੇ ਜਾ ਰਹੇ ਹਨ। ਬੈਠਨ ਥਾਨ ਮਹਿ ਜਟ ਕੇ ਸਭ ਸ਼੍ਰੀ ਗੁਰੂ ਕੋ ਜਸ ਦੀਰਘ ਪ੍ਰਾਹੀ। ਜਿਸ ਥਾਂ ਤੇ ਪਹਿਲਾਂ ਸਾਰੀ ਸਿੱਖ ਸੰਗਤ ਬੈਠੀ ਸੀ, ਬੈਠਣ ਵਾਲੇ ਥਾਂ ਤੇ ਜਾ ਕੇ ਸਾਰੇ ਸੁਸ਼ੋਭਿਤ ਹੋ ਗਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਸ ਕਰ ਰਹੇ ਹੈ। ਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਗਾ ਰਹੇ ਹਨ। ਔਰ ਭੈ ਜਗ ਧੀਰ ਸ਼ਿਮਾ ਧਰ ਆਦ ਕਿਸੂ ਮਹਿ ਪ੍ਰਾਪਤ ਨਾਹੀ। ਕਵੀਰਾਜ ਜੀ ਲਿਖਦੇ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਇਸ ਸੰਸਾਰ ਵਿੱਚ ਧੀਰਜ ਦੀ ਹੱਦ ਸਨ। ਸੰਸਾਰ ਵਿੱਚ ਧੀਰਜ ਦਾ ਭੰਡਾਰ ਸਨ। ਭਾਵ ਉਹਨਾਂ ਵਰਗਾ ਹੋਰ ਕੋਈ ਧੀਰਜਵਾਨ
ਕੋਈ ਉਹੋ ਜਿਹਾ ਸਿਮਾ ਕਰ ਦੇਣ ਵਾਲਾ ਬੈਰਾਗ ਵਾਲਾ ਹੋ ਨਹੀਂ ਸਕਦਾ। ਇਹੋ ਜਿਹੀ ਧੀਰਤਾ ਕਿਸੇ ਦੇ ਵਿੱਚ ਨਹੀਂ ਮਿਲਦੀ ਹੈ। ਕੀਨ ਮਹਾ ਅਪਰਾਧ ਜਲੇਸ਼ਵਰ ਮੂੜਮਤੀ ਦੁਖ ਦੋਜ਼ਖ ਪਾਵੇ। ਕਰਨ ਲੱਗੇ ਮੂਰਖ ਮਤ ਵਾਲੇ, ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੇ ਵੱਡਾ ਅਪਰਾਧ ਕੀਤਾ ਹੈ। ਕਹਿਣ ਲੱਗੇ ਕਵੀ ਰਾਜ ਕਹਿੰਦੇ ਸਿੱਖ ਸੰਗਤ ਕਹਿ ਰਹੀ ਹੈ ਕਿ ਐਸਾ ਇਹ ਔਰੰਗਜ਼ੇਬ ਮੂਰਖ ਤੁਰਕ ਬਹੁਤ ਦੁੱਖ ਪਾਵੇਗਾ, ਨਰਕਾਂ ਦੇ ਵਿੱਚ ਜਾਵੇਗਾ। ਹਿੰਦ ਕੀ ਟੇਕ ਰਖੀ ਸਿਰ ਦੇ ਕਰ ਪੂਰਬ ਕੀ ਮਿਰਜਾਦ ਜੋ ਆਵੇ। ਕਹਿਣ ਲੱਗੇ ਪਹਿਲਾਂ ਤੋਂ ਜਿਹੜੀ ਮਰਜ਼ਾਦਾ ਚੱਲੀ ਆਉਂਦੀ ਹੈ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਕਹਿਣ ਲੱਗੇ ਗੁਰੂ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਵਿੱਚ ਭਗਤ ਜਨਾਂ ਦੀ ਰੱਖਿਆ, ਭਗਤ ਜਨਾਂ ਦੀ ਸਹਾਇਤਾ ਗੁਰੂ ਮਹਾਰਾਜ ਸਾਹਿਬ ਜੀ ਨੇ ਦਰਸਾਈ ਹੈ। ਜਦੋਂ ਕਿਤੇ ਵੀ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਲੋੜ ਪੈਂਦੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਹਾਈ ਹੋ ਕੇ ਆਪਣੇ ਭਗਤ ਜਨਾਂ ਦੀ ਰੱਖਿਆ ਕਰਦਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸੀਸ ਦੇ ਕੇ ਹਿੰਦੂ ਧਰਮ ਉੱਤੇ ਪਏ ਹੋਏ ਵੱਡੇ ਸੰਕਟ ਦੀ ਆਪ ਸਹਾਇਤਾ ਕੀਤੀ ਹੈ, ਜਿਵੇਂ ਪਹਿਲਾਂ ਤੋਂ ਮਰਜ਼ਾਦਾ ਚੱਲੀ ਆਉਂਦੀ ਹੈ। ਨਾਹੇ ਕਾ ਵੇਦ ਪੁਰਾਨ ਜੇ ਤੀਰਥ ਦੇਵਨ ਦੇਹਰੇ ਰੀਤ ਮਿਟਾਵੇ। ਜੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸ਼ਹਾਦਤ ਨਾ ਦਿੰਦੇ, ਆਪਣਾ ਸੀਸ ਨਾ ਦਿੰਦੇ, ਤਾਂ ਜਿਤਨੇ ਵੀ ਵੇਦ ਪੁਰਾਨ ਆਦਿਕ ਤੀਰਥ ਹਨ, ਹਿੰਦੂ ਮਤ ਦੇ ਦਿਓਹਰੇ ਹਨ, ਇਹਨਾਂ ਦੇ ਮੰਦਰ ਹਨ, ਸਾਰੇ ਦੇਵੀ ਦੇਵਤਿਆਂ ਦੀ ਪੂਜਾ ਤੇ ਦਿਓਹਰਿਆਂ ਦੀ ਰੀਤ ਜਿਹੜੀ ਮਿਟ ਜਾਣੀ ਸੀ ਉਸ ਵੇਲੇ। ਸ੍ਰੀ ਗੁਰਦੇਵ ਬਿਨਾ ਹੋਏ ਕੌਣ, ਜੋ ਪ੍ਰਾਨ ਕੋ ਦੇ ਜਗ ਧਰਮ ਟਿਕਾਵੇ। ਕਵੀ ਰਾਜ ਜੀ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਗੈਰ ਕੌਣ ਸੀ ਉਸ ਵੇਲੇ, ਜਿਹੜਾ ਆਪਣਾ ਸੀਸ ਦੇ ਕੇ, ਆਪਣੀ ਸ਼ਹਾਦਤ ਦੇ ਕੇ ਸਾਰੇ ਸੰਸਾਰ ਤੇ ਹੋ ਰਹੇ ਜ਼ੁਲਮ ਨੂੰ ਠੱਲ ਪਾਉਂਦਾ, ਜਾਂ ਸਾਰੇ ਸੰਸਾਰ ਤੇ ਹੋ ਰਹੇ ਜ਼ੁਲਮ ਨੂੰ ਰੋਕਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਆਪਣਾ ਸੀਸ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ, ਹਿੰਦੂ ਧਰਮ ਨੂੰ ਬਚਾਇਆ, ਧਰਮ ਨੂੰ ਠੱਲ ਪਾਈ, ਹੋ ਰਹੇ ਜ਼ੁਲਮ ਨੂੰ ਠੱਲ ਪਾਈ, ਉੱਥੇ ਸਾਰੇ ਸੰਸਾਰ ਦੇ ਉੱਪਰ ਹੋ ਰਹੇ ਜ਼ੁਲਮ ਤੇ ਚਾਦਰ ਰੂਪ ਬਣ ਕੇ ਆਪ ਸਤਿਗੁਰੂ ਸਾਹਿਬ ਜੀ ਨੇ ਪਰਦਾ ਕੱਢਿਆ ਹੈ। ਧੰਨ ਸਦਾ ਗੁਰ ਤੇਗ ਬਹਾਦਰ, ਕੀਨ ਬਹਾਦਰੀ ਰਾਖ ਦਿਖਾਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਸਦਾ ਧੰਨ ਹਨ, ਸਦਾ ਧੰਨ ਹਨ, ਜਿਨ੍ਹਾਂ ਨੇ ਬਹਾਦਰੀ ਕਰਕੇ ਸ਼ਹਾਦਤ ਦੇ ਕੇ ਕੌਮ ਦੀ ਰੱਖਿਆ ਕਰਕੇ ਵਿਖਾਈ ਹੈ। ਜੋ ਗੁਰ ਦੇ ਸਿੱਖ ਸੀਸ ਕੋ ਲਿਆਏ, ਬੂਝਤ ਤਾਹੇ ਸਮੀਪ ਬਿਠਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ, ਜਿਹੜਾ ਸਿੱਖ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਦਿੱਲੀ ਪੁਰੀ ਤੋਂ ਸੀਸ ਲੈ ਕੇ ਆਇਆ ਸੀ, ਗੁਰੂ ਮਹਾਰਾਜ ਸਾਹਿਬ ਜੀ ਨੇ ਸਾਰੀ ਵਾਰਤਾ ਪੁੱਛਣ ਵਾਸਤੇ ਆਪਣੇ ਕੋਲ ਬਿਠਾਇਆ ਹੈ। ਕਿਉ ਕਰ ਤੋਹੇ ਕੋ ਪ੍ਰਾਪਤ ਭਾ, ਕਿਨ ਹੋ ਨਾ ਭਿਖਿਓ ਨਾ ਕਹੂੰ ਅਟਕਾਏ। ਸਾਰੀ ਗੱਲ ਪੁੱਛਣ ਵਾਸਤੇ ਕਿਉਂ ਕਰ ਦੋਹੇ ਕੋ ਪ੍ਰਾਪਤ ਭਾ, ਇਹ ਪੁੱਛਣ ਵਾਸਤੇ ਕਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸੀਸ ਪ੍ਰਾਪਤ ਹੋਇਆ, ਤੈਨੂੰ ਕਿਉਂ ਨਹੀਂ ਕਿਸੇ ਨੇ ਦੇਖਿਆ, ਜਾਂ ਤੈਨੂੰ ਕਿਸੇ ਨੇ ਰਾਹ ਦੇ ਵਿੱਚ ਰੋਕਿਆ ਕਿਉਂ ਨਹੀਂ ਹੈ। ਰਾਖੇ ਖਰੇ ਗਨ ਹੋਏ ਸੁਚੇ, ਅਚੇਤ ਭਏ ਤਨ ਦਿਓ ਬਿਤਾਏ। ਕਿ ਜਿਤਨੇ ਵੀ ਉਹਨਾਂ ਦੇ ਸਿਪਾਹੀ ਸਨ, ਰਖਵਾਲੇ ਸਨ, ਪਹਿਰੇਦਾਰ ਸਨ, ਉਹ ਸਾਰੇ ਸੁਚੇਤ ਹੋ ਕੇ ਰਾਹਾਂ ਦੇ ਵਿੱਚ ਖੜੇ ਸਨ, ਬਹੁਤ ਪਹਿਰੇ ਲਾ ਕੇ। ਕਿਵੇਂ ਉਹ ਅਚੇਤ ਹੋ ਗਏ, ਕਿਵੇਂ ਉਹਨਾਂ ਦੇ ਕੋਲੋਂ ਤੂੰ ਲੰਘ ਕੇ ਆ ਗਿਆ, ਇਹ ਸਾਰੀ ਗੱਲ ਪੁੱਛਣ ਵਾਸਤੇ ਭਾਈ ਜੈਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਆਪਣੇ ਕੋਲ ਬਿਠਾਇਆ ਤੇ ਸਾਰੀ ਗੱਲਬਾਤ ਉਹਨੂੰ ਪੁੱਛੀ ਹੈ ਕਿ ਕਿਵੇਂ ਇਹ ਸਾਰੀ ਵਾਰਤਾ ਹੋਈ, ਕਿਵੇਂ ਗੁਰੂ ਮਹਾਰਾਜ ਸਾਹਿਬ ਜੀ ਨੇ ਸ਼ਹਾਦਤ ਦਿੱਤੀ, ਤੈਨੂੰ ਸੀਸ ਕਿਵੇਂ ਪ੍ਰਾਪਤ ਹੋਇਆ, ਕਿਵੇਂ ਤੂੰ ਇੰਨੇ ਪਹਿਰੇਦਾਰਾਂ ਦੇ ਵਿੱਚੋਂ ਲੰਘ ਕੇ ਆਇਆ। ਗੁਰੂ ਪਾਤਸ਼ਾਹ ਜੀ ਨੂੰ ਸਾਰੀ ਵਾਰਤਾ ਭਾਈ ਜੈਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦਾ ਸੰਸਕਾਰ ਕੀਤਾ, ਆ ਕੇ ਗੁਰੂ ਪਾਤਸ਼ਾਹ ਜੀ ਨੇ ਕੋਲ ਬਿਠਾ ਕੇ ਪੁੱਛਿਆ ਤੇ ਭਾਈ ਜੈਤਾ ਜੀ ਨੇ ਸਾਰੀ ਵਾਰਤਾ ਸੁਣਾਈ। ਇਹ ਪ੍ਰਸੰਗ ਹੁਣ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮ ਕਰਨ।
ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਗੁਰ ਇਤਿਹਾਸ ਸਾਡੇ ਹਿਰਦੇ ਵਿੱਚ ਵਸੇ, ਜਿਸ ਕਰਕੇ ਲੋਕ ਸੁਖੀ ਪਰਲੋਕ ਸਹੇਲੇ ਹੋਣ। ਕੱਲ ਰੋਜ਼ ਤੋਂ ਮਹਾਂਪੁਰਖ ਅਤੀ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਸਿੱਖ ਸੰਗਤ ਨੂੰ ਨਿਹਾਲ ਕਰ ਰਹੇ ਹਨ। ਕੱਲ ਦਾ ਦੀਵਾਨ ਵੀ ਹੈ ਦੁਪਹਿਰ ਦੇ ਟਾਈਮ, ਸੋ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ, ਲਾਹਾ ਪ੍ਰਾਪਤ ਕਰਨ ਵਾਸਤੇ ਸਾਨੂੰ ਗੁਰੂ ਹਜ਼ੂਰੀ ਵਿੱਚ ਪਹੁੰਚਣਾ ਚਾਹੀਦਾ ਹੈ। ਜਿੱਥੇ ਤੱਕ ਵੀ ਸਿੱਖ ਸੰਗਤ ਦਾ ਬੋਲਬਾਲਾ, ਸਾਰੇ ਵੱਧ ਤੋਂ ਵੱਧ ਸੁਨੇਹਾ ਦਿਓ, ਤਾਂ ਕਿ ਮਹਾਂਪੁਰਖਾਂ ਦੇ ਸੁੰਦਰ ਪ੍ਰਵਚਨ ਸੁਣ ਕੇ ਆਪਾਂ ਆਪਣੇ ਜੀਵਨ ਨੂੰ ਸਫਲ ਕਰ ਸਕੀਏ, ਲਾਹਾ ਪ੍ਰਾਪਤ ਕਰ ਸਕੀਏ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਕਹਿਓ ਕੈ ਤੋਹੇ ਕੋ ਪ੍ਰਾਪਤ ਪਾਰ, ਕਿਨਹੂ ਨਾ ਪਿਖਿਓ ਨਾ ਕਹੋ ਟਿਕਾਏ। ਰਾਖੇ ਖਰੇ ਗਨ ਹੋਏ ਸੁਚੇਤ, ਅਚੇਤ ਭੈ ਕਿਨ ਦੇਹੋ ਬਚਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।